ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਕਲਾਸ +2 ਦਾ ਇੱਕ ਨਵਾਂ ਚੈਪਟਰ ਦੇਖਾਂਗੇ ਜਿਸ ਦਾ ਨਾਮ ਹੈ ਡਿਊਲ ਨੇਚਰ ਆਫ ਲਾਈਟ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਾਈਟ ਰੇ ਵਾਂਗ ਵੀ ਬਿਹੇਵ ਕਰਦੀ ਆ, ਲਾਈਟ ਵੇਵ ਦੇ ਵਾਂਗ ਵੀ ਬਿਹੇਵ ਕਰਦੀ ਆ, ਤੇ ਅਸੀਂ ਇਹਦੇ ਵਿੱਚ ਦੇਖਾਂਗੇ ਕਿ ਲਾਈਟ ਜਿਹੜੀ ਆ ਆਪਣੇ ਅੰਦਰ એનર્ਜੀ ਪੈਕੇਟ ਵੀ ਕੀ ਆ ਰੱਖਦੀ ਆ। ਸੋ ਅਸੀਂ ਇਸ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਥੋਮਸਨ ਦਾ ਵਰਕ ਦੇਖ ਲੈਂਦੇ ਹਾਂ ਜਾਂ ਸਮਝ ਲੈਂਦੇ ਹਾਂ। ਅਸੀਂ ਜੇ ਥੋਮਸਨ ਦਾ ਵਰਕ ਦੇਖਿਆ। ਜੇ ਥੋਮਸਨ ਨੇ ਕੀ ਕੀਤਾ ਸੀ, ਜੇਕਰ ਮੈਂ ਉਹਦੀ ਬਰੀਫ ਜੀ ਹਿਸਟਰੀ ਬਣਾਵਾਂ ਤੇ ਉਹਨੇ ਇੱਕ ਵੈਕਿਊਮ ਟਿਊਬ ਲਈ ਤੇ ਇੱਕ ਕੈਥੋਡ ਤੇ ਇੱਕ ਐਨੋਡ, ਇੱਕ ਪੋਜ਼ਿਟਿਵ ਟਰਮੀਨਲ ਦੇ ਨਾਲ ਜੋੜਤਾ ਹਾਈ ਪੋਟੈਂਸ਼ੀਅਲ ਤੇ ਇੱਕ ਨੈਗੇਟਿਵ ਦੇ ਨਾਲ। ਤੇ ਇਹਦੇ ਅੰਦਰ ਕੀ ਕੀਤਾ ਉਹਨੇ, ਇਹਦੇ ਅੰਦਰ ਉਹਨੇ ਲੋ ਪ੍ਰੈਸ਼ਰ ਦੇ ਉੱਪਰ ਗੈਸ ਰੱਖੀ। ਜਦੋਂ ਲੋ ਪ੍ਰੈਸ਼ਰ ਦੇ ਉੱਪਰ ਗੈਸ ਮੋਲੀਕਿਊਲ ਇਹਦੇ ਅੰਦਰ ਹੋਣਗੇ, ਮੰਨ ਲਓ ਇਹ ਕੀ ਆ ਗੈਸ ਮੋਲੀਕਿਊਲ ਆ, ਤੇ ਇਧਰੋਂ ਆਪਾਂ ਇਹਨੂੰ ਕੀ ਆ ਬਹੁਤ ਜ਼ਿਆਦਾ ਪੋਜ਼ਿਟਿਵ ਕਰਤਾ। ਜਦੋਂ ਬਹੁਤ ਜ਼ਿਆਦਾ ਪੋਜ਼ਿਟਿਵ ਕਰਤਾ ਨਾ, ਤੇ ਕੀ ਹੋਇਆ, ਇਹਨਾਂ ਗੈਸਿਸ ਮੋਲੀਕਿਊਲ ਦੇ ਅੰਦਰੋਂ ਇਲੈਕਟ੍ਰੋਨ ਜਿਹੜੇ ਆ ਉਹ ਨੈਗੇਟਿਵ ਚਾਰਜ ਸੀ, ਇਧਰ ਪੋਜ਼ਿਟਿਵ ਚਾਰਜ ਸੀ, ਉਹ ਸਾਰੇ ਇਲੈਕਟ੍ਰੋਨ ਕੀ ਆ ਇਸ ਪੋਜ਼ਿਟਿਵ ਪਲੇਟ ਦੇ ਵੱਲ ਖਿੱਚੇ ਗਏ। ਜਿਹਨੂੰ ਅਸੀਂ ਕੀ ਕਿਹਾ, ਅਸੀਂ ਕਿਹਾ ਕਿ ਇਹ ਜਦੋਂ ਇਲੈਕਟ੍ਰੋਨ ਪੋਜ਼ਿਟਿਵ ਪਲੇਟ ਵੱਲ ਜਾ ਰਹੇ ਸੀ ਨਾ, ਤੇ ਇੱਕ ਲਾਈਟ ਨਿਕਲੀ ਸੀ, ਕਿਉਂਕਿ ਇਹ ਆਪਸ ਦੇ ਵਿੱਚ ਟਕਰਾਉਂਦੇ ਵੀ ਜਾ ਰਹੇ ਸੀ। ਹੁਣ ਜਿਹੜੀ ਇਹ ਲਾਈਟ ਨਿਕਲੀ ਸੀ, ਅਸੀਂ ਉਹਨੂੰ ਕੀ ਕਿਹਾ ਸੀ, ਅਸੀਂ ਉਹਨੂੰ ਕਿਹਾ ਸੀ ਕੈਥੋਡ ਰੇ ਆ। ਇਹ ਕਿਹੜੀ ਰੇ ਆ? ਕੈਥੋਡ ਰੇ। ਐਕਸਪੈਰੀਮੈਂਟ ਜਾਂ ਜੇ ਥੋਮਸਨ ਐਕਸਪੈਰੀਮੈਂਟ ਵੀ ਬੋਲ ਦਿੰਦੇ ਆ। ਹੁਣ ਇੱਥੋਂ ਕੀ ਸਾਬਤ ਹੋਇਆ ਸੀ? ਇੱਥੋਂ ਸਾਬਤ ਹੋਇਆ ਸੀ ਕਿ ਗੈਸਿਸ ਜਿਹੜੀਆਂ ਗੈਸਿਸ ਆ ਉਹਨਾਂ ਦੇ ਅੰਦਰ ਮੋਲੀਕਿਊਲ ਆ, ਮੋਲੀਕਿਊਲ ਜਿਹੜੇ ਆ ਉਹਨਾਂ ਦੇ ਅੰਦਰੋਂ ਇਲੈਕਟ੍ਰੋਨ ਨੂੰ ਬਾਹਰ ਕੱਢਿਆ ਜਾ ਸਕਦਾ ਵਾ। ਜਿਵੇਂ ਡਾਲਟਨ ਨੇ ਕਿਹਾ ਸੀ ਕਿ ਐਟਮ ਕੀ ਆ, ਸਭ ਤੋਂ ਸਮੋਲੈਸਟ ਪਾਰਟੀਕਲ ਆ, ਇਹਨੂੰ ਆਪਾਂ ਫਰਦਰ ਡਿਵਾਈਡ ਨਹੀਂ ਕਰ ਸਕਦੇ। ਪਰ ਜੇ ਥੋਮਸਨ ਨੇ ਕੀ ਕੀਤਾ, ਜੇ ਥੋਮਸਨ ਨੇ ਉਸੇ ਐਟਮ ਦੇ ਅੰਦਰੋਂ ਇਲੈਕਟ੍ਰੋਨ ਨੂੰ ਬਾਹਰ ਕੱਢ ਦਿੱਤਾ ਤੇ ਦੱਸ ਦਿੱਤਾ ਕਿ ਐਟਮ ਜਿਹੜਾ ਵਾ ਉਹ ਕੀ ਆ, ਪੂਰਨ ਤੌਰ ਤੇ ਛੋਟਾ ਪਾਰਟੀਕਲ ਨਹੀਂ ਆ, ਉਹਦੇ ਅੰਦਰ ਇਸ ਤੋਂ ਵੀ ਜ਼ਿਆਦਾ ਛੋਟੇ ਪਾਰਟੀਕਲ ਆ। ਸੋ ਉਹਨੇ ਇਸ ਪਾਰਟੀਕਲ ਦਾ ਨਾਮ ਇਲੈਕਟ੍ਰੋਨ ਰੱਖਿਆ। ਤੇ ਬਾਅਦ ਵਿੱਚ ਵੱਖਰੇ ਵੱਖਰੇ ਐਕਸਪੈਰੀਮੈਂਟ ਕਰਕੇ ਉਹਨੇ ਇਸ ਦੇ ਚਾਰਜ ਤੇ ਇਸ ਦੇ ਮਾਸ ਦੀ ਰੇਸ਼ੋ ਨੂੰ ਕੀ ਕਰ ਲਿਆ, ਪਤਾ ਕਰ ਲਿਆ। ਮਤਲਬ E/m ਜਿਹਨੂੰ ਅਸੀਂ ਕੀ ਬੋਲਦੇ ਹਾਂ, ਸਪੈਸੀਫਿਕ ਚਾਰਜ ਰੇਸ਼ੋ ਵੀ ਬੋਲਦੇ ਹਾਂ, ਇਹ ਉਹਨੇ ਕੀ ਕੀਤਾ ਸੀ, ਫਾਈਂਡ ਆਊਟ ਕਰ ਲਿਆ ਸੀ। ਹੁਣ ਸਾਡਾ ਜਿਹੜਾ ਅੱਜ ਦਾ ਐਕਸਪੈਰੀਮੈਂਟ ਆ, ਸਾਡਾ ਅੱਜ ਦਾ ਐਕਸਪੈਰੀਮੈਂਟ ਇਸੇ ਚੀਜ਼ ਤੋਂ ਹੀ ਪ੍ਰੇਰਿਤ ਆ। ਜਿਵੇਂ ਅਸੀਂ ਕਿਹਾ ਕਿ ਇਹਦੇ ਵਿੱਚੋਂ ਇਲੈਕਟ੍ਰੋਨ ਉਹਨੇ ਕੀ ਕੀਤੇ, ਬਾਹਰ ਕੱਢ ਲਏ। ਹੁਣ ਇਲੈਕਟ੍ਰੋਨ ਕਿੰਨੇ ਤਰੀਕਿਆਂ ਨਾਲ ਬਾਹਰ ਆ ਸਕਦੇ ਆ? ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਲੈਕਟ੍ਰੋਨ ਨੂੰ ਅਸੀਂ ਕਿੰਨੇ ਤਰੀਕਿਆਂ ਨਾਲ ਬਾਹਰ ਕੱਢ ਸਕਦੇ ਹਾਂ। ਹੁਣ ਜਿਵੇਂ ਅਸੀਂ ਇਲੈਕਟ੍ਰੋਨ ਦੀ ਬੇਸਿਕ ਭਾਸ਼ਾ ਵੱਲ ਜਾਈਏ ਤਾਂ ਸਾਨੂੰ ਪਤਾ ਵਾ ਕਿ ਜਿਵੇਂ ਇੱਕ ਮੈਟਲ ਆ, ਤੇ ਇਸ ਮੈਟਲ ਨੂੰ ਥਰਮਲ એનર્ਜੀ ਮਿਲੀ ਰੂਮ ਟੈਂਪਰੇਚਰ ਤੋਂ। ਥਰਮਲ એનર્ਜੀ, ਜਦੋਂ ਇਹਨੂੰ ਥਰਮਲ એનર્ਜੀ ਰੂਮ ਟੈਂਪਰੇਚਰ ਤੋਂ ਮਿਲਦੀ ਆ ਨਾ, ਤੇ ਇਹਦੇ ਇਲੈਕਟ੍ਰੋਨ ਕੀ ਆ, ਉਹ ਫ੍ਰੀ ਹੋ ਜਾਂਦੇ ਆ। ਫ੍ਰੀ ਕਿਹਦੇ ਤੋਂ ਹੋ ਜਾਂਦੇ ਆ? ਪਹਿਲਾਂ ਕੀ ਸੀ, ਔਰਬਿਟਲ ਦੇ ਵਿੱਚ ਘੁੰਮਦੇ ਪਏ ਸੀ, ਬਾਅਦ ਵਿੱਚ ਕੀ ਆ, ਉਹ ਰੈਂਡਮ ਮੋਸ਼ਨ ਸਟਾਰਟ ਕਰ ਦਿੰਦੇ ਆ, ਕਿਸੇ ਨਾਲ ਵੀ ਜਾ ਕੇ ਕੋਲਾਈਡ ਕਰਦੇ ਆ ਤੇ ਉਹਨੂੰ ਉੱਥੋਂ ਫ੍ਰੀ ਕਰ ਦਿੰਦੇ ਆ ਤੇ ਆਪ ਉੱਥੇ ਬੈਠ ਜਾਂਦੇ ਆ। ਹੁਣ ਦੇਖੋ, ਆਪਾਂ ਕਹਿੰਦੇ ਆ ਕਿ ਥਰਮਲ એનર્ਜੀ ਲੈ ਕੇ ਇਲੈਕਟ੍ਰੋਨ ਜਿਹੜਾ ਵਾ ਉਹ ਫ੍ਰੀ ਹੋ ਗਿਆ, ਪਰ ਉਹ ਇੰਨਾ ਜ਼ਿਆਦਾ ਫ੍ਰੀ ਨਹੀਂ ਹੋਇਆ ਕਿ ਉਹ ਇਲੈਕਟ੍ਰੋਨ ਜਿਹੜਾ ਵਾ ਇਹਦਾ ਸਰਫੇਸ ਛੱਡ ਕੇ ਬਾਹਰ ਚਲਾ ਜਾਵੇ। ਕਿਉਂ ਨਹੀਂ ਇੰਨੇ ਜੋਗਾ ਉਹ ਹੋਇਆ, ਜਾਂ ਕਿਉਂ ਨਹੀਂ ਉਹਦੇ ਕੋਲੋਂ ਇੰਨੀ ਜ਼ਿਆਦਾ એનર્ਜੀ ਆਈ ਕਿ ਉਹ ਸਰਫੇਸ ਦਾ ਜਿਹੜਾ ਬੈਰੀਅਰ ਆ ਉਹਨੂੰ ਕ੍ਰੋਸ ਕਰ ਸਕੇ? ਹੁਣ ਜੇਕਰ ਅਸੀਂ 1 ਮਿੰਟ ਲਈ ਮੰਨ ਵੀ ਜਾਈਏ ਕਿ ਮੰਨ ਲਓ ਇੱਕ ਇਲੈਕਟ੍ਰੋਨ ਜਿਹੜਾ ਵਾ ਇਸ ਮੈਟਲ ਦਾ ਸਰਫੇਸ ਛੱਡ ਕੇ ਚਲਾ ਗਿਆ। ਹੁਣ ਜਦੋਂ ਮੈਟਲ ਦਾ ਸਰਫੇਸ ਛੱਡ ਕੇ ਜਾਏਗਾ ਤੇ ਇਸ ਮੈਟਲ ਦੇ ਉੱਪਰ ਕਿਹੜਾ ਚਾਰਜ ਆ ਜਾਣਾ, ਪੋਜ਼ਿਟਿਵ ਚਾਰਜ ਆ ਜਾਣਾ, ਤੇ ਇਲੈਕਟ੍ਰੋਨ ਦੇ ਉੱਪਰ ਕਿਹੜਾ ਚਾਰਜ ਆ ਜਾਣਾ, ਨੈਗੇਟਿਵ। ਸਾਨੂੰ ਪਤਾ ਵਾ ਕਿ ਜਦੋਂ ਪੋਜ਼ਿਟਿਵ ਤੇ ਨੈਗੇਟਿਵ ਦਾ ਪੇਅਰ ਬਣ ਗਿਆ ਤੇ ਉਸੇ ਵੇਲੇ ਕੀ ਆ, ਕੂਲਮ ਫੋਰਸ ਜਿਹੜੀ ਆ ਉਹ ਡਿਵੈਲਪ ਹੋ ਜਾਣੀ ਆ। ਤੇ ਕੂਲਮ ਫੋਰਸ ਜਿਹੜੀ ਆ ਉਹ ਕਿਹਦੇ ਤੇ ਡਿਪੈਂਡ ਕਰਦੀ ਆ, r² ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਹੁਣ ਇਹ ਜਿਹੜੀ ਮੈਟਲ ਦੇ ਕੇਸ ਦੇ ਵਿੱਚ ਇਹ ਜਿਹੜੀ ਡਿਸਟੈਂਸ ਆ ਨਾ, ਇਹ ਬਹੁਤ ਛੋਟੀ ਹੋਏਗੀ, ਤੇ ਜੇਕਰ ਇਹ ਡਿਸਟੈਂਸ ਬਹੁਤ ਛੋਟੀ ਹੋਏਗੀ ਤੇ ਫੋਰਸ ਜਿਹੜੀ ਕੂਲਮ ਆ ਉਹ ਇਸ ਇਲੈਕਟ੍ਰੋਨ ਨੂੰ ਬਾਹਰ ਨਹੀਂ ਨਿਕਲਣ ਦੇਗੀ, ਉਸੇ ਵੇਲੇ ਕੀ ਆ, ਵਾਪਸ ਖਿੱਚ ਲਵੇਗੀ। ਪਰ
ਜੇ ਕਿਸੇ ਇਲੈਕਟ੍ਰੋਨ ਨੇ ਇਸ ਕੂਲਮ ਫੋਰਸ ਨੂੰ ਡੋਮੀਨੇਟ ਕਰ ਲਿਆ, ਨੱਪ ਲਿਆ ਜਾਂ ਉਹਨੂੰ ਕਵਰ ਕਰ ਲਿਆ, ਤੇ ਫਿਰ ਇਹ ਇਲੈਕਟ੍ਰੋਨ ਜਿਹੜਾ ਵਾ ਉਹ ਬਾਹਰ ਵੀ ਆ ਸਕਦਾ ਵਾ। ਤੇ ਜਦੋਂ ਇਲੈਕਟ੍ਰੋਨ ਮੈਟਲ ਸਰਫੇਸ ਦੇ ਵਿੱਚੋਂ ਬਾਹਰ ਆਉਂਦਾ ਨਾ, ਅਸੀਂ ਉਹਨੂੰ ਕੀ ਕਹਿੰਦੇ ਆ? ਅਸੀਂ ਉਹਨੂੰ ਬੋਲਦੇ ਆ ਅਮਿਸ਼ਨ ਆਫ ਇਲੈਕਟ੍ਰੋਨ। ਸੋ ਅਮਿਸ਼ਨ ਆਫ ਇਲੈਕਟ੍ਰੋਨ ਵੀ ਪੋਸੀਬਲ ਆ, ਅਮਿਸ਼ਨ ਆਫ ਇਲੈਕਟ੍ਰੋਨ। ਪਰ ਸ਼ਰਤ ਕੀ ਆ? ਸ਼ਰਤ ਇਹ ਆ ਕਿ ਜਿਹੜੀ ਕੂਲਮ ਫੋਰਸ ਆ ਨਾ, ਉਹਨੂੰ ਕੀ ਆ? ਡੋਮੀਨੇਟ ਕਰਨਾ ਪਏਗਾ, ਉਹਨੂੰ ਕਵਰ ਕਰਨਾ ਪਏਗਾ, ਉਹਦਾ ਸੋਲੂਸ਼ਨ ਕਰਕੇ ਨਿਕਲਣਾ ਪਏਗਾ, ਜ਼ਿਆਦਾ ਜ਼ੋਰ ਲਗਾ ਕੇ ਨਿਕਲਣਾ ਪਏਗਾ, ਸੋ ਦੈਟ ਕਿ ਇਹ ਇਲੈਕਟ੍ਰੋਨ ਜਿਹੜਾ ਵਾ ਉਹ ਵਾਪਸ ਨਾ ਆ ਸਕੇ। ਹੁਣ ਦੇਖੋ, ਜਿਵੇਂ ਅਸੀਂ ਕਿਹਾ ਕਿ ਇਹਨੂੰ ਅਸੀਂ ਕੀ ਬੋਲਦੇ ਹਾਂ, ਜਦੋਂ ਸਰਫੇਸ ਤੋਂ ਇਲੈਕਟ੍ਰੋਨ, ਮੈਟਲ ਸਰਫੇਸ ਤੋਂ ਇਲੈਕਟ੍ਰੋਨ ਬਾਹਰ ਨਿਕਲ ਜਾਂਦਾ ਵਾ, ਅਮਿਸ਼ਨ ਆਫ ਇਲੈਕਟ੍ਰੋਨ। ਤੇ ਇਹ ਜਿਹੜੀ ਅਮਿਸ਼ਨ ਆਫ ਇਲੈਕਟ੍ਰੋਨ ਆ ਨਾ, ਇਹ 3 ਤਰੀਕਿਆਂ ਦੀ ਆ। ਅਸੀਂ 3 ਤਰੀਕਿਆਂ ਨਾਲ ਦੇਖਾਂਗੇ ਕਿ ਇਲੈਕਟ੍ਰੋਨ ਜਿਹੜਾ ਵਾ ਉਹ ਮੈਟਲ ਸਰਫੇਸ ਤੋਂ ਕਿਵੇਂ ਬਾਹਰ ਆ ਜਾਂਦਾ। ਅਮਿਸ਼ਨ ਆਫ ਇਲੈਕਟ੍ਰੋਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਥਰਮੋਆਇਨਿਕ ਅਮਿਸ਼ਨ। ਹੁਣ ਦੇਖੋ, ਥਰਮੋਆਇਨਿਕ ਅਮਿਸ਼ਨ ਦਾ ਮਤਲਬ ਕਿ ਥਰਮਲ એનર્ਜੀ ਦੇ ਕਰਕੇ ਇਲੈਕਟ੍ਰੋਨ ਬਾਹਰ ਆ ਜਾਂਦਾ। ਹੁਣ ਦੇਖੋ, ਜਿਵੇਂ ਅਸੀਂ ਕਿਹਾ ਵਾ ਕਿ ਮੰਨ ਲਓ ਇੱਕ ਮੈਟਲ ਸਰਫੇਸ ਆ, ਇਹ ਕੋਈ ਮੈਟਲ ਆ, ਤੇ ਇਹਦੇ ਅੰਦਰ ਕੀ ਆ? ਇਲੈਕਟ੍ਰੋਨ ਆ, ਬਹੁਤ ਸਾਰੇ ਇਲੈਕਟ੍ਰੋਨ ਆ। ਅਸੀਂ ਇੱਥੇ ਸਿਰਫ ਰਿਪਰੈਜ਼ੈਂਟੇਸ਼ਨ ਬਣਾ ਰਹੇ ਹਾਂ ਨੈਗੇਟਿਵ ਚਾਰਜ ਦੀ, ਬਹੁਤ ਸਾਰੇ ਇਲੈਕਟ੍ਰੋਨ ਆ। ਤੇ ਜੇਕਰ ਅਸੀਂ ਇਹਨੂੰ ਨੀਚਿਓਂ ਥਰਮਲ એનર્ਜੀ ਦਈਏ, ਮਤਲਬ ਹੀਟ ਦਈਏ ਨੀਚਿਓਂ, ਥਰਮਲ એનર્ਜੀ। ਹੁਣ ਜਦੋਂ ਇਹਨੂੰ ਥਰਮਲ એનર્ਜੀ ਮਿਲੂਗੀ ਤੇ ਇਹ ਇਲੈਕਟ੍ਰੋਨ ਕੀ ਕਰੇਗਾ? ਇਹ ਇਲੈਕਟ੍ਰੋਨ ਆਪਣੀ ਵੈਲੋਸਿਟੀ ਵਧਾ ਲੇਗਾ। ਵੈਲੋਸਿਟੀ ਵਧਣ ਦੇ ਨਾਲ ਕੀ ਹੋਏਗਾ? ਸਾਨੂੰ ਪਤਾ ਵਾ ਕਿ ਜੇ ਵੈਲੋਸਿਟੀ ਵੱਧ ਗਈ ਨਾ, ਤੇ ਨਾਲ એનર્ਜੀ ਵੀ ਵੱਧ ਜਾਣੀ ਆ, 1/2 mv²। ਇਹਦੀ એનર્ਜੀ ਵੱਧ ਜਾਏਗੀ, ਤੇ એનર્ਜੀ ਵਧਣ ਦੇ ਨਾਲ ਇਹ ਇੰਨੇ ਸક્ષਮ ਹੋ ਜਾਏਗਾ ਕਿ ਇਹ ਮੈਟਲ ਸਰਫੇਸ ਜਿਹੜਾ ਵਾ ਉਹ ਛੱਡ ਸਕਦਾ ਵਾ। ਹੁਣ ਦੇਖੋ, ਆਪਾਂ ਇਹਨੂੰ ਫਿਰ ਡਿਟੇਲ 'ਚ ਦੇਖਦੇ ਹਾਂ। ਆਪਾਂ ਇੱਕ ਮੈਟਲ ਨੂੰ ਕੀ ਕੀਤਾ? ਥਰਮਲ એનર્ਜੀ ਦਿੱਤੀ। ਥਰਮਲ એનર્ਜੀ ਦੇਣ ਦੇ ਨਾਲ ਉਸ ਇਲੈਕਟ੍ਰੋਨ ਨੇ ਜਿਹੜਾ ਕੀ ਆ ਔਰਬਿਟਲ ਦੇ ਵਿੱਚ ਵੈਲੈਂਸੀ 'ਚ ਘੁੰਮ ਰਿਹਾ ਸੀ, ਉਹਦੀ ਵੈਲੋਸਿਟੀ ਵੱਧ ਗਈ। ਵੈਲੋਸਿਟੀ ਵਧਣ ਦੇ ਨਾਲ ਉਹਦੀ ਕੀ ਆ? એનર્ਜੀ ਵੀ ਵੱਧ ਗਈ। ਹੁਣ ਜੇਕਰ ਉਹਦੀ એનર્ਜੀ ਵੱਧ ਗਈ ਆ, ਤੇ ਪਹਿਲਾਂ ਉਹਦੀ એનર્ਜੀ ਕਿੰਨੀ ਸੀ? ਸਾਨੂੰ ਪਤਾ ਪਹਿਲਾਂ ਉਹਦੀ એનર્ਜੀ ਸੀ -eV, ਤੇ ਅਸੀਂ ਬਾਹਰੋਂ ਉਹਨੂੰ ਥਰਮਲ એનર્ਜੀ ਦੇਤੀ, ਤੇ ਇਹਨੇ ਕੀ ਕੀਤਾ? ਇਹਨੇ ਮੰਨ ਲਓ ਅਸੀਂ +eV એનર્ਜੀ ਦਿੱਤੀ ਆ, ਤੇ ਹੁਣ ਟੋਟਲ એનર્ਜੀ ਕਿੰਨੀ ਹੋ ਗਈ? ਆ ਸੀ ਐਕਸਟਰਨਲ ਦਿੱਤੀ ਆ। ਹੁਣ ਟੋਟਲ એનર્ਜੀ ਕਿੰਨੀ ਹੋ ਗਈ ਇਲੈਕਟ੍ਰੋਨ ਦੀ? 0। ਜਦੋਂ ਟੋਟਲ એનર્ਜੀ 0 ਹੋ ਜਾਂਦੀ ਨਾ, ਇਹਦਾ ਮਤਲਬ ਆ ਕਿ ਜਿਹੜਾ ਇਲੈਕਟ੍ਰੋਨ ਆ ਉਹ ਕੀ ਆ? ਪਹਿਲਾਂ ਕਿੱਥੇ? ਨਿਊਕਲੀਅਸ ਦੇ ਦੁਆਲੇ ਘੁੰਮ ਰਿਹਾ ਸੀ, ਹੁਣ ਉਹ ਨਿਊਕਲੀਅਸ ਦੇ ਦੁਆਲੇ ਘੁੰਮਣ ਵਾਲੀ ਡਿਊਟੀ ਤੋਂ ਕੀ ਹੋ ਗਿਆ ਵਾ? ਫ੍ਰੀ ਹੋ ਗਿਆ ਵਾ। ਤੇ ਜੇ ਫ੍ਰੀ ਹੋ ਗਿਆ ਵਾ, ਤੇ ਉਹਦੇ ਕੋਲੋਂ ਅਜੇ ਵੀ ਕੁਝ એનર્ਜੀ ਬਚੀ ਆ, ਮਤਲਬ ਆਪਾਂ ਥੋੜੀ ਬਹੁਤ ਇਹਨੂੰ ਇਲੈਕਟ੍ਰੋਨ ਨੂੰ ਹੋਰ ਜ਼ਿਆਦਾ એનર્ਜੀ ਦੇ ਦਈਏ, ਤੇ ਉਹ ਕੀ ਕਰੇਗਾ? ਉਹ ਜ਼ਿਆਦਾ ਵਾਲੀ એનર્ਜੀ ਦੇ ਨਾਲ ਕੀ ਆ? ਇਲੈਕਟ੍ਰੋਨ ਮੈਟਲ ਦਾ ਸਰਫੇਸ ਛੱਡ ਦੇਵੇਗਾ। ਜਿਵੇਂ ਮੈਂ ਕਹਿੰਦਾ ਵਾਂ ਕਿ ਮੰਨ ਲਓ ਇਹ ਜਿਹੜਾ ਇਲੈਕਟ੍ਰੋਨ ਆ, ਇਹ ਪਹਿਲਾਂ -10 ਇਲੈਕਟ੍ਰੋਨ ਵੋਲਟ ਦੇ ਨਾਲ ਕੀ ਆ? ਗੁਲਾਮ ਸੀ। ਮਤਲਬ ਇਹਦੀ ਪਹਿਲਾਂ ਕਿੰਨੀ એનર્ਜੀ ਸੀ? -10 ਇਲੈਕਟ੍ਰੋਨ ਵੋਲਟ। ਤੇ ਅਸੀਂ ਬਾਹਰੋਂ ਇਹਨੂੰ ਐਕਸਟਰਨਲ એનર્ਜੀ ਦਿੱਤੀ, ਮੰਨ ਲਓ +12 ਇਲੈਕਟ੍ਰੋਨ ਵੋਲਟ। ਹੁਣ ਜਿਹੜੀ 10-12 ਦੇ ਵਿੱਚੋਂ 10 ਤੇ ਉਹਨੇ ਕੀ ਆ? ਗੁਲਾਮੀ ਛਡਾਉਣ ਵਾਸਤੇ ਯੂਜ਼ ਕਰ ਲਈ, ਮਤਲਬ ਨਿਊਕਲੀਅਸ ਤੋਂ ਖਹਿੜਾ ਛਡਾ ਲਿਆ, ਫ੍ਰੀ ਹੋ ਗਿਆ, એનર્ਜੀ 0 ਹੋ ਗਈ। ਤੇ ਜਿਹੜੀ 2 ਬਚ ਗਈ ਆ ਨਾ, ਉਹਨੇ ਕੀ ਕੀਤਾ? ਇਹ 2 ਕਾਇਨੈਟਿਕ એનર્ਜੀ ਦੇ ਰੂਪ ਵਿੱਚ ਬਦਲ ਕੇ ਇਹਦਾ ਕੀ ਆ? ਮੈਟਲ ਦਾ ਸਰਫੇਸ ਛੱਡ ਗਿਆ। ਤੇ ਜੇ ਮੈਟਲ ਦਾ ਸਰਫੇਸ ਛੱਡ ਗਿਆ, ਕਿਹਦੇ ਕਰਕੇ ਛੱਡਿਆ ਏ? ਥਰਮਲ એનર્ਜੀ ਦੇ ਕਰਕੇ ਛੱਡਿਆ ਏ। ਤੇ ਇਸ ਇਲੈਕਟ੍ਰੋਨ ਨੂੰ ਜਿਹੜਾ ਥਰਮਲ એનર્ਜੀ ਦੇ ਕਰਕੇ ਮੈਟਲ ਸਰਫੇਸ ਤੋਂ ਬਾਹਰ ਆ ਜਾਂਦਾ ਵਾ, ਇਹਨੂੰ ਅਸੀਂ ਬੋਲਦੇ ਹਾਂ ਥਰਮਲ ਇਲੈਕਟ੍ਰੋਨ। ਹੁਣ ਥਰਮਲ ਇਲੈਕਟ੍ਰੋਨ ਕਿਹੜੇ ਹੋ ਗਏ? ਥਰਮਲ ਇਲੈਕਟ੍ਰੋਨ ਉਹ ਆ ਜਿਹੜੇ ਮੈਟਲ ਸਰਫੇਸ ਦੇ ਵਿੱਚੋਂ ਥਰਮਲ એનર્ਜੀ ਦੇ ਕਰਕੇ ਬਾਹਰ ਆ ਜਾਂਦੇ ਆ, ਉਹਨਾਂ ਨੂੰ ਅਸੀਂ ਥਰਮਲ ਇਲੈਕਟ੍ਰੋਨ ਬੋਲਦੇ ਹਾਂ। ਹੁਣ ਇਹ ਥਰਮਲ ਇਲੈਕਟ੍ਰੋਨ ਬਾਹਰ ਆ ਗਿਆ, ਤੇ ਇਹ ਕੀ ਆ? ਇਹ ਇੱਕ ਟਾਈਪ ਆ ਅਮਿਸ਼ਨ ਆਫ ਇਲੈਕਟ੍ਰੋਨ ਦੀ, ਮਤਲਬ ਇਲੈਕਟ੍ਰੋਨ ਜਿਹੜਾ ਵਾ ਉਹ ਬਾਹਰ ਆ ਗਿਆ ਵਾ। ਹੁਣ ਜਿਵੇਂ ਤੁਸੀਂ ਦੇਖਦੇ ਜੋ ਗ੍ਰੈਵੀਟੇਸ਼ਨ ਦੇ ਵਿੱਚ, ਅਸੀਂ ਗ੍ਰੈਵੀਟੇਸ਼ਨ ਦੇ ਵਿੱਚ ਪੜ੍ਹਦੇ ਹਾਂ ਕਿ ਮੰਨ ਲਓ ਇੱਕ ਇਹ ਕੀ ਆ? ਅਰਥ ਆ, ਤੇ ਇਹਦੇ ਅਰਾਊਂਡ ਇੱਕ ਸੈਟੇਲਾਈਟ ਘੁੰਮ ਰਿਹਾ ਵਾ। ਇਹ ਇੱਕ ਸੈਟੇਲਾਈਟ ਘੁੰਮ ਰਿਹਾ ਵਾ, ਛੋਟਾ ਮਾਸ m ਲੈ ਲਿਆ ਮੈਂ, ਇਹਨੂੰ ਅਰਥ ਦਾ ਵੱਡਾ ਲੈ ਲਿਆ। ਤੇ ਤੁਸੀਂ ਗ੍ਰੈਵੀਟੇਸ਼ਨ ਵਾਲੇ ਚੈਪਟਰ ਦੇ ਵਿੱਚ ਇਸ ਸੈਟੇਲਾਈਟ ਦੀ ਪੋਟੈਂਸ਼ੀਅਲ એનર્ਜੀ ਪੜ੍ਹੀ ਹੋਏਗੀ, ਤੇ ਤੁਸੀਂ ਦੇਖਿਆ ਹੋਏਗਾ ਕਿ ਇਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਆ? Gmr + h। ਇਹ ਵੀ એનર્ਜੀ ਕਿੰਨੀ ਆ? ਇਹ ਵੀ ਨੈਗੇਟਿਵ ਆ। ਨੈਗੇਟਿਵ એનર્ਜੀ ਸੈਟੇਲਾਈਟ ਦੀ ਹੋਣ ਦਾ ਮਤਲਬ ਕੀ ਆ? ਕਿ ਇਹ ਅਰਥ ਦੇ ਅਰਾਊਂਡ ਘੁੰਮਣ ਲਈ ਗੁਲਾਮ ਆ। ਸੋ ਇੱਥੇ ਵੀ ਇਹੋ ਮਤਲਬ ਆ, ਜਦੋਂ ਅਸੀਂ ਕਹਿੰਦੇ ਆ ਨਾ
ਕਿ ਸ਼ੈਲ ਦੇ ਵਿੱਚ ਜਦੋਂ ਐਟਮ ਦੇ ਵਿੱਚ ਇਲੈਕਟ੍ਰੋਨ ਹੁੰਦਾ ਵਾ ਉਹਦੀ એનર્ਜੀ ਨੈਗੇਟਿਵ ਹੁੰਦੀ ਆ। ਨੈਗੇਟਿਵ ਦਾ ਮਤਲਬ ਆ ਕਿ ਉਹ ਗੁਲਾਮੀ ਵਾਲੀ ਸਟੇਜ ਦੇ ਵਿੱਚ ਆ, ਉਹਨੂੰ ਨਿਊਕਲੀਅਸ ਦੇ ਦੁਆਲੇ ਘੁੰਮਣਾ ਹੀ ਪੈਣਾ। ਹੁਣ ਜੇਕਰ ਉਹਦੇ ਤੋਂ ਜ਼ਿਆਦਾ ਅਸੀਂ એનર્ਜੀ ਉਹਨੂੰ ਪ੍ਰੋਵਾਈਡ ਕਰਵਾ ਦਈਏ ਤੇ ਉਹ ਕੀ ਆ, ਉਹ ਬਾਹਰ ਆ ਜਾਏਗਾ। ਦੂਸਰੀ ਟਾਈਪ ਦੀ ਐਮਿਸ਼ਨ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ ਫੀਲਡ ਐਮਿਸ਼ਨ। ਫੀਲਡ ਐਮਿਸ਼ਨ ਉਸੇ ਤਰੀਕੇ ਨਾਲ ਆ ਜਿਵੇਂ ਜੇ ਥੋਮਸਨ ਨੇ ਆਪਣਾ ਐਕਸਪੈਰੀਮੈਂਟ ਕੀਤਾ ਸੀ। ਉਹਨੇ ਕੀ ਕੀਤਾ ਸੀ, ਮੰਨ ਲਓ ਕਿ ਸਾਡੇ ਕੋਲੋਂ ਇੱਥੇ ਕੀ ਆ, ਇੱਕ ਮੈਟਲ ਸਰਫੇਸ ਆ, ਤੇ ਇਸ ਮੈਟਲ ਸਰਫੇਸ ਦੇ ਅਰਾਊਂਡ ਅਸੀਂ ਕੀ ਆ, ਹਾਈ ਇਲੈਕਟ੍ਰਿਕ ਫੀਲਡ ਲਗਾ ਦਿੰਦੇ ਆ। ਹੁਣ ਜਦੋਂ ਆਪਾਂ ਬਹੁਤ ਜ਼ਿਆਦਾ ਇਸ ਮੈਟਲ ਸਰਫੇਸ ਦੇ ਅਰਾਊਂਡ ਇਲੈਕਟ੍ਰਿਕ ਫੀਲਡ ਲਗਾ ਦਿੰਦੇ ਆ ਨਾ, ਤੇ ਇਹਦੇ ਜਿਹੜੇ ਇਲੈਕਟ੍ਰੋਨ ਵਾ ਉਹ ਕੀ ਆ, ਉਹ ਪੋਜ਼ਿਟਿਵ ਪਲੇਟ ਦੇ ਵੱਲ ਅਟਰੈਕਟ ਹੁੰਦੇ ਆ। ਤੇ ਜਦੋਂ ਪੋਜ਼ਿਟਿਵ ਪਲੇਟ ਦੇ ਵੱਲ ਅਟਰੈਕਟ ਹੋਣਗੇ ਤੇ ਪੋਜ਼ਿਟਿਵ ਪਲੇਟ ਇਹਨਾਂ ਨੂੰ ਇੰਨੀ ਜ਼ਿਆਦਾ એનર્ਜੀ ਪ੍ਰੋਵਾਈਡ ਕਰਵਾਏਗੀ ਕਿ ਇਹ ਮੈਟਲ ਦਾ ਸਰਫੇਸ ਜਿਹੜਾ ਛੱਡ ਕੇ ਬਾਹਰ ਆ ਜਾਣ। ਤੇ ਇਸ ਤਰੀਕੇ ਦੀ ਐਮਿਸ਼ਨ ਨੂੰ ਅਸੀਂ ਕੀ ਕਹਿੰਦੇ ਆ, ਫੀਲਡ ਐਮਿਸ਼ਨ ਬੋਲਦੇ ਆ। ਇਹ ਜਿਹੜੇ ਇਲੈਕਟ੍ਰੋਨ ਆ ਇਹ ਹਾਈ ਇਲੈਕਟ੍ਰਿਕ ਫੀਲਡ ਦੇ ਕਰਕੇ ਕੀ ਆ, ਬਾਹਰ ਆ ਗਏ ਆ। ਹੁਣ ਦੇਖੋ ਇੱਥੇ ਇੱਕ ਚੀਜ਼ ਆਪਾਂ ਨੋਟ ਕਰ ਲੈਂਦੇ ਆ। ਮੰਨ ਲਓ ਕਿ ਮੈਂ ਇਹ ਜਿਹੜਾ ਇਲੈਕਟ੍ਰਿਕ ਫੀਲਡ ਕ੍ਰੀਏਟ ਕੀਤਾ ਵਾ ਨਾ, ਇੱਥੇ ਕੋਈ ਬੈਟਰੀ ਲਗਾਈ ਇਸ ਤਰੀਕੇ ਨਾਲ। ਹੁਣ ਜੇਕਰ ਆਪਾਂ ਬੈਟਰੀ ਲਗਾਈ ਆ ਤੇ ਬੈਟਰੀ ਨੇ ਮੰਨ ਲਓ V ਵੋਲਟੇਜ ਦਿੱਤੀ। ਜਦੋਂ ਆਪਾਂ ਕਹਿੰਦੇ ਨਾ ਬੈਟਰੀ ਨੇ V ਵੋਲਟੇਜ ਦਿੱਤੀ ਤੇ ਉਸ ਸਮੇਂ ਇਲੈਕਟ੍ਰੋਨ ਦੀ એનર્ਜੀ ਕਿੰਨੀ ਬਣਨੀ ਆ, V ਵੋਲਟੇਜ ਦੇਣ ਦੇ ਨਾਲ E ਤੇ V, ਇਹ ਹੋਏਗੀ ਇਲੈਕਟ੍ਰੋਨ ਵੋਲਟ। ਕਿਹਦੀ એનર્ਜੀ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਆਫ ਇਲੈਕਟ੍ਰੋਨ। ਮੈਂ ਇਸ ਗੱਲ ਨੂੰ ਫੇਰ ਦੁਹਰਾਉਣਾ ਵਾਂ। ਮੈਂ ਇਹ ਕਹਿ ਰਿਹਾ ਵਾਂ ਕਿ ਜਦੋਂ ਤੁਸੀਂ ਬਾਹਰੋਂ V ਵੋਲਟੇਜ ਅਪਲਾਈ ਕਰਦੇ ਜੋ, V ਵੋਲਟੇਜ ਆਪਾਂ ਲਗਾਈ ਸੋ ਦੈਟ ਕਿ ਇਹ ਜਿਹੜਾ ਫੀਲਡ ਵਾ ਉਹ ਬਹੁਤ ਮਜ਼ਬੂਤ ਹੋ ਜੇ। V ਵੋਲਟ ਲਗਾ ਕੇ ਇਹਦੇ ਵਿਚਲੇ ਇਲੈਕਟ੍ਰੋਨਾਂ ਨੇ ਕਿੰਨੀ એનર્ਜੀ ਪ੍ਰਾਪਤ ਕਰਨੀ ਆ, ਇਸ ਮੈਟਲ ਦੇ ਇਲੈਕਟ੍ਰੋਨਸ ਨੇ ਕਿੰਨੀ એનર્ਜੀ ਪ੍ਰਾਪਤ ਕਰਨੀ ਆ, ਉਹ ਕਿੰਨੀ ਪ੍ਰਾਪਤ ਕਰਨੀ ਆ, EV ਕਰਨੀ ਆ। ਇਹ ਗੱਲ ਰੂਲ ਬਣਾ ਕੇ ਯਾਦ ਰੱਖਣਾ ਕਿ ਜਦੋਂ ਅਸੀਂ ਇਲੈਕਟ੍ਰੋਨ ਤੇ V ਪੋਟੈਂਸ਼ੀਅਲ ਲਗਾਉਂਦੇ ਆ ਨਾ ਤੇ ਉਹਦੀ એનર્ਜੀ ਕਿੰਨੀ ਬਣ ਜਾਂਦੀ ਆ, EV। ਤੇ ਜੇ ਆਪਾਂ 10 ਪੋਟੈਂਸ਼ੀਅਲ ਲਾਵਾਂਗੇ ਨਾ, ਮੰਨ ਲਓ ਸਾਡੇ ਕੋਲੋਂ ਇੱਥੇ 10 ਹੋਏਗਾ ਪੋਟੈਂਸ਼ੀਅਲ, ਤੇ ਇਲੈਕਟ੍ਰੋਨ ਕੋਲ ਕਿੰਨੀ એનર્ਜੀ ਪਹੁੰਚਣੀ ਆ, ਇਲੈਕਟ੍ਰੋਨ ਕੋਲ ਪਹੁੰਚਣੀ ਆ 10 × E। E ਕੀ ਆ, ਇਲੈਕਟ੍ਰੋਨ ਦੇ ਉੱਪਰ ਚਾਰਜ। ਤੇ ਜੇ ਆਪਾਂ V ਪੋਟੈਂਸ਼ੀਅਲ ਲਗਾਵਾਂਗੇ ਤੇ ਇਲੈਕਟ੍ਰੋਨ ਦੀ એનર્ਜੀ ਕਿੰਨੀ ਬਣਨੀ ਆ, EV। ਇੰਨੀ એનર્ਜੀ ਬਣਨੀ ਆ ਇਲੈਕਟ੍ਰੋਨ ਦੀ। ਤੇ ਇਹ ਕਿਹੜੀ એનર્ਜੀ ਆ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਆ। ਹੁਣ ਆਪਾਂ ਇਹੀ ਗੱਲ ਇੱਥੇ ਕਹਿ ਰਹੇ ਹਾਂ ਕਿ ਜੇਕਰ ਇੱਥੇ ਆਪਾਂ ਬਹੁਤ ਜ਼ਿਆਦਾ ਮਜ਼ਬੂਤ ਫੀਲਡ ਲਗਾ ਲਈਏ, ਇੰਨਾ ਜ਼ਿਆਦਾ ਮਜ਼ਬੂਤ ਫੀਲਡ ਲਗਾ ਲਈਏ ਕਿ ਜਿਹੜੀਆਂ ਕੂਲਮ ਫੋਰਸ ਅੰਦਰ ਡਿਵੈਲਪ ਹੋਣੀ ਆ, ਜਦੋਂ ਡਿਵੈਲਪ ਕਦੋਂ ਹੋਣੀ ਆ, ਜਦੋਂ ਇਹ ਇਲੈਕਟ੍ਰੋਨ ਨੇ ਮੈਟਲ ਦਾ ਸਰਫੇਸ ਛੱਡਣ ਦੀ ਕੋਸ਼ਿਸ਼ ਕਰਨੀ ਆ, ਉਸੇ ਵੇਲੇ ਡਿਵੈਲਪ ਹੋ ਜਾਣੀ ਆ। ਪਰ ਉਹ ਕੂਲਮ ਫੋਰਸ ਨੂੰ ਇਸ ਫੀਲਡ ਦੀ ਫੋਰਸ ਨੇ ਕੀ ਆ, ਡੋਮੀਨੇਟ ਕਰ ਲਿਆ। ਤੇ ਜੇ ਡੋਮੀਨੇਟ ਕਰ ਲਿਆ ਤੇ ਆਪਾਂ ਕੀ ਕਵਾਂਗੇ ਕਿ ਇਹ ਇਲੈਕਟ੍ਰੋਨ ਜਿਹੜਾ ਵਾ ਉਹ ਬਾਹਰ ਆ ਜਾਵੇਗਾ। ਹੁਣ ਮੰਨ ਲਓ ਜਿਵੇਂ ਮੈਂ ਇਹ ਗੱਲ ਕਹਿੰਦਾ ਵਾਂ ਕਿ ਮੰਨ ਲਓ ਇਸ ਫੀਲਡ ਨੇ ਜਿਹੜਾ ਵਾ, ਫੀਲਡ ਨੇ ਕਿੰਨੀ એનર્ਜੀ ਦਿੱਤੀ, ਮਤਲਬ એનર્ਜੀ ਡਿਊ ਟੂ ਫੀਲਡ। ਮੰਨ ਲਓ ਅਸੀਂ ਕਹਿੰਦੇ ਆ ਕਿ ਇਸ ਫੀਲਡ ਨੇ 100 એનર્ਜੀ ਦਿੱਤੀ, ਮਤਲਬ ਇਹਨਾਂ ਇਲੈਕਟ੍ਰੋਨਾਂ ਨੂੰ 100 એનર્ਜੀ ਪ੍ਰੋਵਾਈਡ ਕਰਵਾਤੀ। ਤੇ ਆਪਾਂ ਦੇਖਿਆ ਕਿ ਇਹਦਾ ਜਿਹੜਾ ਸਰਫੇਸ ਬੈਰੀਅਰ ਆ ਨਾ, ਆ ਇਹਦੀ ਜਿਹੜੀ ਇਹ ਦਹਲੀਜ਼ ਟੱਪਣੀ ਆ, ਥ੍ਰੈਸ਼ਹੋਲਡ ਆ ਜਿਹੜੀ ਇਹਦੀ ਦਹਲੀਜ਼ ਆ, ਇਹਨੂੰ ਬਾਹਰ ਆਉਣ ਲੱਗਿਆ ਜਾਂ ਇਹਨੂੰ ਫ੍ਰੀ ਹੋਣ ਲੱਗਿਆ, ਗੁਲਾਮੀ ਤੋਂ ਫ੍ਰੀ ਹੋਣ ਲੱਗਿਆ, ਮੰਨ ਲਓ એનર્ਜੀ ਯੂਜ਼ ਹੋ ਗਈ 50, ਮੰਨ ਲਓ 80 ਯੂਜ਼ ਹੋ ਗਈ, ਫ੍ਰੀ ਹੋਣ ਲੱਗਿਆ। ਫ੍ਰੀ ਹੋਣ ਦਾ ਮਤਲਬ ਆ ਕਿ ਇਹ ਐਟਮ ਦੇ ਵਿੱਚੋਂ ਇੱਥੇ ਇਲੈਕਟ੍ਰੋਨ ਦੀ ਡਿਊਟੀ ਸੀ, ਇਹਦੇ ਵਿੱਚੋਂ ਫ੍ਰੀ ਹੋ ਗਏ। 50 એનર્ਜੀ 80 ਯੂਜ਼ ਹੋ ਗਈ, ਬਾਕੀ ਕਿੰਨੀ ਰਹਿ ਗਈ, ਰਿਮੇਨਿੰਗ ਕਿੰਨੀ ਰਹਿ ਗਈ, ਰਿਮੇਨਿੰਗ ਰਹਿ ਗਈ 20। ਇਹ ਜਿਹੜੀ 20 ਆ ਨਾ, ਇਹ ਬਣ ਜਾਣੀ ਆ ਕਾਇਨੈਟਿਕ એનર્ਜੀ। ਤੇ ਕਾਇਨੈਟਿਕ એનર્ਜੀ ਦੇ ਨਾਲ ਇਸ ਇਲੈਕਟ੍ਰੋਨ ਨੇ ਇਥੋਂ ਕੀ ਆ, ਦੌੜ ਜਾਣਾ ਵਾ ਤੇ ਮੈਟਲ ਦਾ ਸਰਫੇਸ ਕੀ ਆ, ਛੱਡ ਦੇਣਾ ਵਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਆਪਾਂ ਕਹੀਏ ਨਾ ਕਿ ਇਸ ਮੈਟਲ ਸਰਫੇਸ ਨੂੰ ਆਪਾਂ 100 ਇਲੈਕਟ੍ਰੋਨ ਵੋਲਟ એનર્ਜੀ ਦਿੱਤੀ ਤੇ ਉਹਦੇ ਵਿੱਚੋਂ ਇਲੈਕਟ੍ਰੋਨ ਨੇ 80 ਵੋਲਟ ਇਲੈਕਟ੍ਰੋਨ ਵੋਲਟ એનર્ਜੀ ਜਿਹੜੀ ਆ ਉਹ ਆਪਣਾ ਰਿਣ
ਚੁਕਾਉਣ ਚ ਲਾਤੀ, ਮਤਲਬ ਨਿਊਕਲੀਅਸ ਤੋਂ ਖਹਿੜਾ ਛਡਾਉਣ ਵਿੱਚ ਵਰਤ ਲਈ। ਤੇ ਜਿਹੜੀ ਬਾਕੀ ਬਚੀ ਦੇ ਨਾਲ ਉਹਨੇ ਕੀ ਕਰ ਲੈਣਾ ਵਾ, ਉੱਥੋਂ ਭੱਜ ਜਾਣਾ ਵਾ, ਕਿਉਂਕਿ ਉਹ ਗੁਲਾਮੀ ਤੋਂ ਛੁੱਟਿਆ ਵਾ, ਉਹਨੇ ਉੱਥੋਂ ਭੱਜ ਜਾਣਾ ਵਾ। ਭੱਜ ਕੇ ਉਹਨੇ ਕੀ ਕਰਨਾ ਵਾ, ਇਸ ਸਰਫੇਸ ਬੈਰੀਅਰ ਨੂੰ ਕ੍ਰੋਸ ਕਰਕੇ ਪੋਜ਼ਿਟਿਵ ਪਲੇਟ ਦੇ ਵੱਲ ਅਟਰੈਕਟ ਹੋਣਾ ਵਾ। ਸੋ ਜਿਹੜੇ ਇਦਾਂ ਇਲੈਕਟ੍ਰੋਨ ਨਿਕਲਦੇ ਆ ਹਾਈਲੀ ਫੀਲਡ ਲਗਾ ਕੇ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਜੇ ਥਾਮਸਨ ਨੇ ਕੀ ਕੀਤਾ ਸੀ ਕਿ ਗੈਸ ਮੋਲੀਕਿਊਲ ਦੇ ਵਿੱਚੋਂ ਇਲੈਕਟ੍ਰੋਨ ਬਾਹਰ ਕੱਢ ਲਏ ਸੀ। ਉਹ ਵੀ ਕੀ ਸੀ, ਉਹ ਵੀ ਇੱਕ ਫੀਲਡ ਐਮਿਸ਼ਨ ਸੀ, ਉਹਨੇ ਇਲੈਕਟ੍ਰੋਸਟੈਟਿਕ ਫੀਲਡ ਹੀ ਲਗਾਇਆ ਸੀ, ਜਿਹਦੇ ਕਰਕੇ ਕੀ ਆ, ਇਹ ਇਲੈਕਟ੍ਰੋਨ ਜਿਹੜੇ ਆ ਬਾਹਰ ਆ ਗਏ ਆ। ਹੁਣ ਦੇਖੋ ਇੱਥੇ ਇੱਕ ਟਰਮ ਇੰਟਰੋਡਿਊਸ ਹੁੰਦੀ ਆ, ਉਹ ਟਰਮ ਆ ਵਰਕ ਫੰਕਸ਼ਨ। वर्क फंक्शन की चीज़ आ, वर्क फंक्शन मतलब कि मिनिमम वर्क रिक्वायर्ड टू ब्रिंग आउट द इलैक्ट्रॉन फ्रॉम मैटल सरफेस। ਉਹ ਘੱਟ ਤੋਂ ਘੱਟ ਵਰਕ ਜਿਹਦੇ ਨਾਲ ਵਰਕ ਕਹਿ ਲਓ ਜਾਂ એનર્ਜੀ ਕਹਿ ਲਓ, ਉਹ ਘੱਟ ਤੋਂ ਘੱਟ ਵਰਕ ਜਾਂ એનર્ਜੀ ਜਿਹੜੀ ਕੀ ਆ ਇਲੈਕਟ੍ਰੋਨ ਨੂੰ ਬਾਹਰ ਕੱਢਣ ਲਈ ਲੋੜੀਂਦੀ ਆ, ਉਹਨੂੰ ਅਸੀਂ ਕੀ ਬੋਲਦੇ ਆ, ਉਹਨੂੰ ਅਸੀਂ ਬੋਲਦੇ ਆ ਵਰਕ ਫੰਕਸ਼ਨ। ਸੋ ਇਹਦੀ ਡੈਫੀਨੇਸ਼ਨ ਕੀ ਬਣੇਗੀ, ਇਟ ਇਜ਼ ਮਿਨੀਮਮ ਵਰਕ ਤੇ એનર્ਜੀ 'ਚ ਸਾਨੂੰ ਪਤਾ ਕੋਈ ਫਰਕ ਨਹੀਂ ਆ, ਮਿਨੀਮਮ ਵਰਕ ਜਾਂ એનર્ਜੀ required to bring out electron from metal surface। ਘੱਟ ਤੋਂ ਘੱਟ ਕਿੰਨਾ ਵਰਕ ਚਾਹੀਦਾ ਵਾ ਇੱਕ ਮੈਟਲ ਸਰਫੇਸ ਚੋਂ ਇਲੈਕਟ੍ਰੋਨ ਨੂੰ ਬਾਹਰ ਕੱਢਣ ਲਈ, ਜਾਂ ਘੱਟ ਤੋਂ ਘੱਟ ਕਿੰਨੀ એનર્ਜੀ ਚਾਹੀਦੀ ਆ, ਉਹਨੂੰ ਅਸੀਂ ਕੀ ਬੋਲਦੇ ਆ, ਵਰਕ ਫੰਕਸ਼ਨ ਬੋਲਦੇ ਆ। ਇਹਨੂੰ ਅਸੀਂ ਫਾਈ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਵਰਕ ਫੰਕਸ਼ਨ ਨੂੰ ਆਮ ਤੌਰ ਤੇ। ਸੋ ਘੱਟ ਤੋਂ ਘੱਟ ਕਿੰਨੀ ਚਾਹੀਦੀ। ਜੇਕਰ ਅਸੀਂ ਵਰਕ ਫੰਕਸ਼ਨ ਦੀ ਗੱਲ ਕਰੀਏ, ਵਰਕ ਫੰਕਸ਼ਨ ਆਫ ਪਲੈਟੀਨਮ ਦੀ ਗੱਲ ਕਰੀਏ, ਪਲੈਟੀਨਮ ਦਾ ਵਰਕ ਫੰਕਸ਼ਨ ਹੈ 5.65 ਇਲੈਕਟ੍ਰੋਨ ਵੋਲਟ। ਤੇ ਇਸੇ ਤਰੀਕੇ ਨਾਲ ਅਸੀਂ ਕੀ ਆ ਹੋਰ ਵੀ ਮੈਟਲਸ ਦਾ ਵਰਕ ਫੰਕਸ਼ਨ ਦੇਖ ਸਕਦੇ ਹਾਂ। ਜਦੋਂ ਆਪਾਂ ਕਹਿੰਦੇ ਨਾ ਮੈਟਲ ਦਾ ਵਰਕ ਫੰਕਸ਼ਨ ਇੱਕ ਕੌਨਸਟੈਂਟ ਕੁਆਂਟੀਟੀ ਆ, ਇੱਕ ਮੈਟਲ ਵਾਸਤੇ ਇੱਕ ਹੀ ਵਰਕ ਫੰਕਸ਼ਨ ਆ। ਆਪਾਂ ਇੱਕ ਐਗਜ਼ਾਮਪਲ ਹੋਰ ਕਰ ਲੈਂਦੇ ਆ। ਮੰਨ ਲਓ ਸਾਡੇ ਕੋਲੋਂ ਕੀ ਆ, ਇੱਥੇ ਇੱਕ ਮੈਟਲ ਸਰਫੇਸ ਆ, ਇਸ ਮੈਟਲ ਸਰਫੇਸ ਦੇ ਵਿੱਚੋਂ ਇੱਕ ਇਲੈਕਟ੍ਰੋਨ ਇੱਥੇ ਆਇਆ। ਮੰਨ ਲਓ ਅਸੀਂ ਇਹਨੂੰ ਕੀ ਆ 150 ਇਲੈਕਟ੍ਰੋਨ ਵੋਲਟ એનર્ਜੀ ਇਸ ਮੈਟਲ ਦੇ ਸ਼ੀਟ ਨੂੰ ਜਾਂ ਮੈਟਲਸ ਨੂੰ ਦਿੱਤੀ ਆ। ਆਪਾਂ ਦੇਖਿਆ ਕਿ ਮੰਨ ਲਓ ਇੱਥੋਂ ਇੱਕ ਇਲੈਕਟ੍ਰੋਨ, ਮਤਲਬ ਅੰਦਰੋਂ ਕਿਤੇੋਂ ਇਲੈਕਟ੍ਰੋਨ ਆਇਆ, ਉਹਨੇ 5 ਇਲੈਕਟ੍ਰੋਨ ਵੋਲਟ ਜਿਹੜੀ ਆ ਉਹ એનર્ਜੀ ਇੱਥੇ ਬਾਉਂਡਰੀ ਤੱਕ ਪਹੁੰਚਣ ਲਈ ਯੂਜ਼ ਕਰ ਲਈ। ਹੁਣ ਉਹਨੂੰ ਬਾਉਂਡਰੀ ਟੱਪਣ ਵਾਸਤੇ, ਮਤਲਬ ਉਹਨੂੰ ਮੈਟਲ ਦਾ ਸਰਫੇਸ ਛੱਡਣ ਵਾਸਤੇ ਉਹਨੇ ਘੱਟ ਤੋਂ ਘੱਟ ਮੰਨ ਲਓ 50 ਇਲੈਕਟ੍ਰੋਨ ਵੋਲਟ ਯੂਜ਼ ਕਰ ਲਏ। ਹੁਣ ਬਾਕੀ ਕਿੰਨੀ ਬਚੀ, ਬਾਕੀ ਰਹਿ ਗਈ 95। ਮੰਨ ਲਓ 95 ਦੇ ਨਾਲ ਕੀ ਆ, ਉਹ ਭੱਜ ਗਿਆ, ਮਤਲਬ ਉਹਦੀ ਕਾਇਨੈਟਿਕ એનર્ਜੀ ਬਣ ਗਈ। ਹੁਣ ਇਹਦੇ ਵਿੱਚੋਂ ਆਪਾਂ ਵਰਕ ਫੰਕਸ਼ਨ ਕਿਹਨੂੰ ਕਵਾਂਗੇ, ਮਤਲਬ 5 ਇਲੈਕਟ੍ਰੋਨ ਵੋਲਟ ਵਰਕ ਫੰਕਸ਼ਨ ਆ, 50 ਇਲੈਕਟ੍ਰੋਨ ਵੋਲਟ ਵਰਕ ਫੰਕਸ਼ਨ ਆ, ਜਾਂ 95। ਤਾਂ ਯਾਦ ਰੱਖੋ ਵਰਕ ਫੰਕਸ਼ਨ ਉਹ ਹੁੰਦਾ ਵਾ, ਉਹ ਵਰਕ ਹੁੰਦਾ ਵਾ ਜਿਹੜਾ ਪੋਟੈਂਸ਼ੀਅਲ ਬੈਰੀਅਰ ਨੂੰ ਕ੍ਰੋਸ ਕਰਨ ਵਾਸਤੇ ਵਰਕ ਕੀਤਾ ਜਾਂਦਾ ਵਾ। ਜਿਵੇਂ ਮੈਂ ਇਸ ਐਗਜ਼ਾਮਪਲ ਦੇ ਵਿੱਚ ਕਹਿਣਾ ਹੋਵੇ ਤੇ ਵਰਕ ਫੰਕਸ਼ਨ ਕਿੰਨਾ ਕਵਾਂਗਾ, ਵਰਕ ਫੰਕਸ਼ਨ ਕਵਾਂਗਾ 50। ਮਤਲਬ ਵਰਕ ਫੰਕਸ਼ਨ ਦੀ ਹੁਣ ਡੈਫੀਨੇਸ਼ਨ ਪ੍ਰੋਪਰ ਸਮਝ ਵਿੱਚ ਆਉਣੀ ਚਾਹੀਦੀ ਆ ਕਿ ਵਰਕ ਫੰਕਸ਼ਨ ਕੀ ਆ, ਮਿਨੀਮਮ ਵਰਕ, ਉਹ ਘੱਟ ਤੋਂ ਘੱਟ ਵਰਕ ਜਿਹਦੇ ਨਾਲ ਕੀ ਆ ਇੱਕ ਇਲੈਕਟ੍ਰੋਨ ਮੈਟਲ ਦਾ ਸਰਫੇਸ ਛੱਡ ਦਿੰਦਾ। ਹੁਣ ਸਾਨੂੰ ਪਤਾ ਵਾ ਕਿ ਮੈਟਲ ਕੋਲੋਂ ਬਹੁਤ ਸਾਰੇ ਐਟਮ ਆ ਤੇ ਇਹਨਾਂ ਬਹੁਤ ਸਾਰੇ ਐਟਮਸ ਦੇ ਕੋਲੋਂ ਬਹੁਤ ਸਾਰੇ ਇਲੈਕਟ੍ਰੋਨ ਆ। ਹੁਣ ਇਹ ਇਲੈਕਟ੍ਰੋਨ ਜਿਹੜੇ ਆ ਉਹ ਕਿੱਥੇ ਆ, ਮਤਲਬ ਇੱਥੇ ਵੀ ਹੋ ਸਕਦੇ, ਇੱਥੇ ਵੀ ਹੋ ਸਕਦੇ, ਇੱਥੇ ਵੀ ਹੋ ਸਕਦੇ, ਕਿਤੇ ਵੀ ਹੋ ਸਕਦੇ, ਮਤਲਬ ਉਹ ਕਿਤੇ ਡੀਪ ਕੋਰ ਦੇ ਵਿੱਚ ਵੀ ਹੋ ਸਕਦੇ ਆ ਮੈਟਲ ਦੇ। ਹੁਣ ਦੇਖੋ ਜੇਕਰ ਅਸੀਂ ਕਹਿੰਦੇ ਆ ਕਿ ਅੰਦਰੋਂ ਕਿਤਿਓਂ ਮਤਲਬ ਡੂੰਘੇ ਥਾਂੋਂ ਉਹ ਇਲੈਕਟ੍ਰੋਨ ਜਿਹੜਾ ਵਾ ਉਹ ਕੁਛ એનર્ਜੀ ਲੈ ਕੇ ਇੱਥੇ ਪਹੁੰਚਿਆ। ਮੰਨ ਲਓ ਉਹਨੇ ਪਿੱਛੇ એનર્ਜੀ ਯੂਜ਼ ਕਰਤੀ ਆ 10 ਇਲੈਕਟ੍ਰੋਨ ਵੋਲਟ, ਤੇ ਉਹਨੂੰ ਇਹ ਵਾਲਾ ਸਰਫੇਸ ਬੈਰੀਅਰ ਕ੍ਰੋਸ ਕਰਨ ਲਈ ਕਿੰਨੀ એનર્ਜੀ ਚਾਹੀਦੀ ਆ, 50 ਇਲੈਕਟ੍ਰੋਨ ਵੋਲਟ। ਤੇ 50 ਇਲੈਕਟ੍ਰੋਨ ਵੋਲਟ ਚਾਹੀਦੀ ਆ, ਤੇ ਜੋ ਬਚ ਜੇਗੀ ਉਹਦੇ ਨਾਲ ਕੀ ਆ, ਇਹ ਕਾਇਨੈਟਿਕ એનર્ਜੀ ਦੇ ਰੂਪ ਵਿੱਚ ਲੈ ਲੇਗਾ ਤੇ ਇਹ ਨਿਕਲ ਜਾਏਗਾ ਉੱਥੋਂ। ਹੁਣ ਇਹਦੇ ਵਿੱਚ ਆਪਾਂ ਕੀ ਆ 50 ਇਲੈਕਟ੍ਰੋਨ ਵੋਲਟ ਕੀ ਕਹਿਣੀ ਆ, ਵਰਕ ਫੰਕਸ਼ਨ। ਵਰਕ ਫੰਕਸ਼ਨ ਕੀ ਆ, ਵਰਕ ਫੰਕਸ਼ਨ ਉਹ એનર્ਜੀ ਆ ਜਾਂ ਉਹ ਵਰਕ ਵਾ ਜਿਹੜਾ ਸਰਫੇਸ ਦੇ ਬੈਰੀਅਰ ਨੂੰ ਕ੍ਰੋਸ ਕਰਨ ਲਈ ਕੀ ਆ ਚਾਹੀਦਾ ਵਾ, ਉਹ ਮਿਨੀਮਮ ਵਰਕ ਆ। ਜਿਵੇਂ ਅਸੀਂ ਕਹਿੰਦੇ ਆ
ਵਰਕ ਫੰਕਸ਼ਨ ਆਫ ਪਲੈਟੀਨਮ ਦਾ ਵਰਕ ਫੰਕਸ਼ਨ ਕਿੰਨਾ ਵਾ 5.65 ਤੇ ਜੇਕਰ ਅਸੀਂ ਸੀਜ਼ੀਅਮ ਦੀ ਗੱਲ ਕਰੀਏ ਤੇ ਸੀਜ਼ੀਅਮ ਦਾ ਹੈਗਾ ਵਾ 2.14 ਇਲੈਕਟ੍ਰੋਨ ਤੇ ਸਾਨੂੰ ਪਤਾ ਵਾ ਕਿ ਸੀਜ਼ੀਅਮ ਜਿਹੜਾ ਵਾ ਉਹ ਜ਼ਿਆਦਾ ਛੇਤੀ ਐਮਿਸ਼ਨ ਆਫ ਇਲੈਕਟ੍ਰੋਨ ਦੇਗਾ ਕਿਹਦੇ ਕੰਪੈਰੀਟਿਵ ਪਲੈਟੀਨਮ ਦੇ ਕੰਪੈਰੀਟਿਵ ਕਿਉਂਕਿ ਪਲੈਟੀਨਮ ਦਾ ਜਿਹੜਾ ਵਰਕ ਫੰਕਸ਼ਨ ਆ ਉਹ ਜ਼ਿਆਦਾ ਵਾ ਵਰਕ ਫੰਕਸ਼ਨ ਜ਼ਿਆਦਾ ਦਾ ਮਤਲਬ ਕੀ ਆ ਕਿ ਉਹਦੇ ਵਿੱਚੋਂ ਇਲੈਕਟ੍ਰੋਨ ਨੂੰ ਬਾਹਰ ਕੱਢਣ ਵਾਸਤੇ ਜ਼ਿਆਦਾ એનર્ਜੀ ਚਾਹੀਦੀ ਆ ਹੁਣ ਦੇਖੋ ਇੱਥੇ ਇੱਕ ਗੱਲ ਕਲੀਅਰਲੀ ਸਮਝ ਲਓ ਕਿ ਵਰਕ ਫੰਕਸ਼ਨ ਕੀ ਆ ਵਰਕ ਫੰਕਸ਼ਨ ਸਿਰਫ ਸਰਫੇਸ ਬੈਰੀਅਰ ਕ੍ਰੋਸ ਕਰਨ ਵਾਸਤੇ ਜਿੰਨਾ ਵਰਕ ਕਰਨਾ ਪਿਆ ਜਾਂ ਜਿੰਨੀ એનર્ਜੀ ਚਾਹੀਦੀ ਆ ਸਿਰਫ ਅਸੀਂ ਵਰਕ ਫੰਕਸ਼ਨ ਉਹਨੂੰ ਹੀ ਕਵਾਂਗੇ ਤੇ ਫਾਈ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਹੁਣ ਅਸੀਂ ਤੀਸਰੀ ਟਾਈਪ ਦੀ ਐਮਿਸ਼ਨ ਦੇਖਦੇ ਹਾਂ ਤੇ ਤੀਸਰੀ ਟਾਈਪ ਦੀ ਐਮਿਸ਼ਨ ਆ ਫੋਟੋ ਇਲੈਕਟ੍ਰਿਕ ਐਮਿਸ਼ਨ ਫੋਟੋ ਮਤਲਬ ਲਾਈਟ ਦੇ ਕਰਕੇ ਜਿਹੜੇ ਇਲੈਕਟ੍ਰੋਨ ਆ ਉਹ ਮੈਟਲ ਦਾ ਸਰਫੇਸ ਛੱਡ ਦੇਣ ਤੇ ਬਾਹਰ ਆ ਜਾਣ ਤੇ ਅਜਿਹਾ ਇਫੈਕਟ ਜਿਹਦੇ ਵਿੱਚ ਲਾਈਟ ਦੇ ਕਰਕੇ ਇਲੈਕਟ੍ਰੋਨ ਮੈਟਲ ਦਾ ਸਰਫੇਸ ਛੱਡ ਦਿੰਦੇ ਆ ਉਹਨੂੰ ਅਸੀਂ ਕੀ ਬੋਲਦੇ ਆ ਫੋਟੋ ਇਲੈਕਟ੍ਰਿਕ ਇਫੈਕਟ ਬੋਲਦੇ ਆ ਸੋ ਫੋਟੋ ਇਲੈਕਟ੍ਰਿਕ ਐਮਿਸ਼ਨ ਦੇ ਵਿੱਚ ਕੀ ਆ ਜਦੋਂ ਜਿਵੇਂ ਸਾਡੇ ਕੋਲੋਂ ਕੀ ਆ ਇੱਕ ਮੈਟਲ ਸਰਫੇਸ ਆ ਇਹ ਜਿਹੜਾ ਮੈਟਲ ਸਰਫੇਸ ਆ ਨਾ ਇਹ ਫੋਟੋ ਸੈਂਸਿਟਿਵ ਮੈਟਲ ਸਰਫੇਸ ਆ ਮਤਲਬ ਇਹ ਫੋਟੋ ਸੈਂਸਿਟਿਵ ਸਰਫੇਸ ਆ ਫੋਟੋ ਸੈਂਸਿਟਿਵ ਸਰਫੇਸ ਦੇ ਵਿੱਚ ਕੀ ਆ ਕਿ ਜਦੋਂ ਇਹਦੇ ਉੱਤੇ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਪੈਂਦੀ ਆ ਨਾ ਸੁਟੇਬਲ ਫ੍ਰੀਕੁਐਂਸੀ ਦੀ ਤੇ ਇਹਦੇ ਵਿੱਚੋਂ ਕੀ ਆ ਇਲੈਕਟ੍ਰੋਨ ਜਿਹੜੇ ਆ ਉਹ ਬਾਹਰ ਆ ਜਾਂਦੇ ਆ ਤੇ ਇਸ ਐਮਿਸ਼ਨ ਨੂੰ ਅਸੀਂ ਕੀ ਬੋਲਦੇ ਆ ਜਿਹੜੀ ਲਾਈਟ ਦੇ ਦੁਆਰਾ ਕੀਤੀ ਗਈ ਆ ਉਹਨੂੰ ਅਸੀਂ ਫੋਟੋ ਇਲੈਕਟ੍ਰਿਕ ਐਮਿਸ਼ਨ ਬੋਲਦੇ ਆ ਤੇ ਸਭ ਤੋਂ ਪਹਿਲਾਂ ਕਦੋਂ ਨੋਟਿਸ ਦੇ ਵਿੱਚ ਆਈ ਜਦੋਂ ਫੋਟੋ ਇਲੈਕਟ੍ਰਿਕ ਇਫੈਕਟ ਆਇਆ ਸੋ ਫੋਟੋ ਇਲੈਕਟ੍ਰਿਕ ਇਫੈਕਟ ਜਿਹੜਾ ਸਾਡਾ ਅੱਜ ਦਾ ਜਾਂ ਇਸ ਕਲਾਸ ਦਾ ਮੁੱਖ ਵਿਸ਼ਾ ਵਾ ਉਹ ਕਿਹੜਾ ਵਾ ਫੋਟੋ ਇਲੈਕਟ੍ਰਿਕ ਇਫੈਕਟ ਤੇ ਇਸ ਫੋਟੋ ਇਲੈਕਟ੍ਰਿਕ ਇਫੈਕਟ ਦੇ ਵਿੱਚ ਆਪਾਂ ਇਹੀ ਚੀਜ਼ ਦੇਖਣੀ ਆ ਕਿ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਆਈ ਤੇ ਇਲੈਕਟ੍ਰੋਨ ਜਿਹੜੇ ਆ ਬਾਹਰ ਆ ਗਏ ਤੇ ਆਪਾਂ ਇਹਦੇ ਤੋਂ ਹੀ ਅੰਦਾਜ਼ਾ ਲਾਉਣਾ ਵਾ ਕਿ ਲਾਈਟ ਦੇ ਕੋਲੋਂ ਕੀ ਸੀ ਜਿਨੇ ਇਲੈਕਟ੍ਰੋਨ ਬਾਹਰ ਕੱਢ ਦਿੱਤੇ ਕਿਉਂਕਿ ਅਜੇ ਤੱਕ ਅਸੀਂ ਪੜ੍ਹਦੇ ਸੀ ਕਿ ਲਾਈਟ ਰੇ ਵਾਂਗ ਚੱਲਦੀ ਆ ਲਾਈਟ ਵੇਵ ਵਾਂਗ ਚੱਲਦੀ ਆ ਪਰ ਫੋਟੋ ਇਲੈਕਟ੍ਰਿਕ ਇਫੈਕਟ ਇੱਕ ਇਹੋ ਜਿਹਾ ਕ੍ਰਾਂਤੀਕਾਰੀ ਸਾਡਾ ਐਕਸਪੈਰੀਮੈਂਟ ਸੀ ਜਿਹਨੇ ਕੀ ਆ ਫਿਜ਼ਿਕਸ ਦੇ ਬਹੁਤ ਸਾਰੇ ਰਸਤੇ ਖੋਲ੍ਹਤੇ ਇਹਦੇ ਤੋਂ ਪਹਿਲਾਂ ਇਹ ਜਿਹੜੇ ਫੋਟੋ ਇਲੈਕਟ੍ਰਿਕ ਇਫੈਕਟ ਤੇ ਕੰਪਟਨ ਇਫੈਕਟ ਸੀ ਨਾ ਇਹਨਾਂ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਫਿਜ਼ਿਕਸ ਦੇ ਵਿੱਚ ਜਿੰਨੀ ਵੀ ਸਟੱਡੀ ਹੋਣੀ ਸੀ ਜਾਂ ਜਿੰਨੀ ਵੀ ਰਿਸਰਚ ਹੋਣੀ ਸੀ ਹੋ ਚੁੱਕੀ ਆ ਪਰ ਫੋਟੋ ਇਲੈਕਟ੍ਰਿਕ ਇਫੈਕਟ ਦੇ ਆਉਣ ਕਰਕੇ ਫਿਜ਼ਿਕਸ ਦੇ ਬਹੁਤ ਸਾਰੇ ਨਵੇਂ ਰਸਤੇ ਖੁੱਲ੍ਹੇ ਤੇ ਫਿਜ਼ਿਕਸ ਦੀ ਇੱਕ ਨਵੀਂ ਬ੍ਰਾਂਚ ਹੋਂਦ ਵਿੱਚ ਆਈ ਜਿਹਨੂੰ ਅਸੀਂ ਮਾਡਰਨ ਫਿਜ਼ਿਕਸ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਕੁਆਂਟਮ ਫਿਜ਼ਿਕਸ ਇੱਥੋਂ ਸਾਡੇ ਕੋਲੋਂ ਕੁਆਂਟਮ ਫਿਜ਼ਿਕਸ ਦੀ ਜਿਹੜੀ ਆ ਉਹ ਸ਼ੁਰੂਆਤ ਹੋਈ ਆ ਹੁਣ ਇਹਦੇ ਵਿੱਚ ਦੇਖੋ ਕੀ ਆ ਇਹਨੂੰ ਆਪਾਂ ਸਮਝਣਾ ਹੋਵੇ ਤੇ ਇਹਦੇ ਵਿੱਚ ਇੱਕ ਕਨਸੈਪਟ ਵਾ ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ ਥ੍ਰੈਸ਼ਹੋਲਡ ਫ੍ਰੀਕੁਐਂਸੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਨੂੰ ਆਪਾਂ ਸਮਝਦੇ ਹਾਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਕੀ ਆ ਦੇਖੋ ਮੰਨ ਲਓ ਮੇਰੇ ਕੋਲੋਂ ਕੀ ਆ ਇੱਥੇ ਇੱਕ ਫੋਟੋ ਸੈਂਸਿਟਿਵ ਪਲੇਟ ਆ ਫੋਟੋ ਸੈਂਸਿਟਿਵ ਪਲੇਟ ਦਾ ਮਤਲਬ ਆ ਕਿ ਇਹੋ ਜੀ ਮੈਟਲ ਪਲੇਟ ਜਿਹੜੀ ਲਾਈਟ ਦੇ ਕਰਕੇ ਇਲੈਕਟ੍ਰੋਨ ਬਾਹਰ ਕੱਢ ਸਕਦੀ ਆ ਇਹ ਫੋਟੋ ਸੈਂਸਿਟਿਵ ਪਲੇਟ ਆ ਮੰਨ ਲਓ ਇਹਦੇ ਤੇ ਮੈਂ ਕੀ ਕੀਤਾ ਜਿਵੇਂ ਸਾਡੇ ਕੋਲੋਂ ਪੈਟਰਨ ਸੀ ਵਿਬਗਿਓਰ ਤੇ ਸਾਨੂੰ ਪਤਾ ਵਾ ਵਿਬਗਿਓਰ ਦੇ ਵਿੱਚ ਇੱਧਰ ਨੂੰ ਜਾਈਏ ਤੇ ਲੈਮਡਾ ਵੱਧਦਾ ਵਾ ਤੇ ਇੱਧਰ ਨੂੰ ਜਾਈਏ ਤੇ ਫ੍ਰੀਕੁਐਂਸੀ ਵੱਧਦੀ ਆ ਅਸੀਂ ਕੀ ਕੀਤਾ ਇੱਕ ਰੈੱਡ ਕਲਰ ਦਾ ਬਲਬ ਯੂਜ਼ ਕੀਤਾ ਇੱਥੇ ਰੈੱਡ ਕਲਰ ਦਾ ਬਲਬ ਯੂਜ਼ ਕੀਤਾ ਤੇ ਰੈੱਡ ਕਲਰ ਦਾ ਬਲਬ ਮੈਂ ਪਹਿਲੀ ਵਾਰੀ ਮੰਨ ਲਓ 100 ਵਾਟ ਦਾ ਯੂਜ਼ ਕੀਤਾ ਤੇ ਮੈਂ 100 ਵਾਟ ਦਾ ਬਲਬ ਯੂਜ਼ ਕੀਤਾ ਤੇ ਮੈਂ ਵੇਖਿਆ ਕਿ ਇਹਦੇ ਵਿੱਚੋਂ ਕੋਈ ਇਲੈਕਟ੍ਰੋਨ ਬਾਹਰ ਨਹੀਂ ਨਿਕਲਿਆ ਫਿਰ ਮੈਂ ਬਲਬ ਨੂੰ ਵੱਡਾ ਕਰਤਾ 200 ਵਾਟ ਕਰਤਾ ਮੈਂ ਦੇਖਿਆ ਕੋਈ ਵੀ ਜਿਹੜਾ ਇਲੈਕਟ੍ਰੋਨ ਬਾਹਰ ਨਹੀਂ ਨਿਕਲਿਆ 300 ਤੇ ਵੀ ਨਹੀਂ ਨਿਕਲਿਆ 400 ਤੇ ਵੀ ਨਹੀਂ ਨਿਕਲਿਆ ਫਿਰ ਮੈਂ ਦੇਖਿਆ ਕਿ ਚਲੋ ਮੈਂ ਔਰੇਂਜ ਕਲਰ ਦਾ ਬਲਬ ਯੂਜ਼ ਕਰਦਾ ਵਾਂ ਔਰੇਂਜ ਕਲਰ ਦਾ ਮੈਂ ਦੇਖਿਆ ਕਿ ਔਰੇਂਜ ਕਲਰ ਦਾ ਬਲਬ ਲਗਾਇਆ ਤੇ ਇਸ ਫੋਟੋ ਸੈਂਸਿਟਿਵ ਪਲੇਟ ਦੇ ਉੱਪਰ ਲਾਈਟ ਪਈ ਤੇ ਔਰੇਂਜ ਕਲਰ ਦੇ ਬਲਬ ਨੇ ਵੀ ਮੰਨ ਲਓ 100 ਵਾਟ 200 ਵਾਟ 300 ਵਾਟ ਦੇ ਨਾਲ ਇਲੈਕਟ੍ਰੋਨ ਬਾਹਰ ਨਹੀਂ ਕੱਢਿਆ ਬਾਅਦ ਵਿੱਚ ਮੈਂ ਕੀ ਕੀਤਾ ਬਾਅਦ ਵਿੱਚ ਮੰਨ ਲਓ ਮੈਂ ਗ੍ਰੀਨ ਕਲਰ ਦੀ ਲਾਈਟ ਯੂਜ਼ ਕੀਤੀ ਤੇ ਜੇਕਰ ਮੈਂ ਗ੍ਰੀਨ ਕਲਰ ਦੀ ਲਾਈਟ ਯੂਜ਼ ਕੀਤੀ ਤੇ ਮੈਂ ਦੇਖਿਆ ਕਿ ਗ੍ਰੀਨ ਕਲਰ ਦੀ ਲਾਈਟ ਜਿਹੜੀ ਆ ਮੈਂ 100 ਵਾਟ ਦਾ ਬਲਬ ਲਾਇਆ ਤੇ ਇਹਨੇ ਇਲੈਕਟ੍ਰੋਨ ਬਾਹਰ ਕੱਢਤੇ ਮੈਨੂੰ ਇੱਥੋਂ ਇੱਕ ਮੈਸੇਜ ਮਿਲਿਆ ਮੈਨੂੰ ਇੱਥੋਂ ਇੱਕ ਜਾਣਕਾਰੀ ਮਿਲੀ
ਕਿ ਇਸ ਔਰੇਂਜ ਰੈੱਡ ਤੇ ਜੈਲੋ ਲਾਈਟ ਦੇ ਵਿੱਚ ਕੀ ਵੱਖਰਾ ਸੀ? ਵੱਖਰਾ ਸੀ ਇੱਕ ਵੇਵਲੈਂਥ ਤੇ ਇੱਕ ਫ੍ਰੀਕੁਐਂਸੀ। ਤੇ ਅਸੀਂ ਜਦੋਂ ਰੈੱਡ ਵਰਤੀ ਨਹੀਂ ਨਿਕਲਿਆ, ਔਰੇਂਜ ਵਰਤੀ ਨਹੀਂ ਨਿਕਲਿਆ, ਮੰਨ ਲਓ ਜੈਲੋ ਵਰਤੀ ਨਹੀਂ ਨਿਕਲਿਆ, ਪਰ ਜਦੋਂ ਗ੍ਰੀਨ ਵਰਤੀ ਲਾਈਟ ਉਦੋਂ ਕੀ ਆ? ਉਦੋਂ ਇਲੈਕਟ੍ਰੋਨ ਬਾਹਰ ਆ ਗਏ। ਇਹਦਾ ਮਤਲਬ ਗ੍ਰੀਨ ਦੀ ਜਿਹੜੀ ਫ੍ਰੀਕੁਐਂਸੀ ਆ ਨਾ ਉਹ ਘੱਟ ਤੋਂ ਘੱਟ ਲੋੜੀਂਦੀ ਆ। ਜੇ ਗ੍ਰੀਨ ਨੇ ਕੱਢ ਦਿੱਤਾ ਵਾ ਨਾ, ਇਹਦਾ ਮਤਲਬ ਫਿਰ ਬਲੂ ਨੇ ਵੀ ਕੱਢ ਦੇਣਾ, ਇੰਡੀਗੋ ਨੇ ਵੀ ਕੱਢ ਦੇਣਾ, ਵਾਇਲਟ ਨੇ ਵੀ ਕੱਢ ਦੇਣਾ। ਹੁਣ ਜਿਹੜੀ ਐਗਜ਼ਾਮਪਲ ਦੇ ਵਿੱਚ ਜਿਵੇਂ ਮੈਂ ਲੈ ਰਿਹਾ ਵਾਂ ਕਿ ਗ੍ਰੀਨ ਨੇ ਮੰਨ ਲਓ ਕੱਢਤਾ, ਗ੍ਰੀਨ ਸਾਡੀ ਕੀ ਆ? ਗ੍ਰੀਨ ਸਾਡੀ ਮਿਨੀਮਮ ਰਿਕਵਾਇਰਡ ਫ੍ਰੀਕੁਐਂਸੀ ਆ ਗ੍ਰੀਨ ਕਲਰ ਵਾਲੀ। ਤੇ ਇਸ ਫ੍ਰੀਕੁਐਂਸੀ ਨੂੰ ਆਪਾਂ ਕੀ ਬੋਲਦੇ ਆ? ਥ੍ਰੈਸ਼ਹੋਲਡ ਫ੍ਰੀਕੁਐਂਸੀ ਬੋਲਦੇ ਆ। ਥ੍ਰੈਸ਼ਹੋਲਡ ਜਿਵੇਂ ਅਸੀਂ ਪੰਜਾਬੀ 'ਚ ਜਾਣਦੇ ਆ ਦਹਲੀਜ਼, ਦਹਲੀਜ਼ ਟਪਾਉਣ ਵਾਲੀ ਫ੍ਰੀਕੁਐਂਸੀ। ਦਹਲੀਜ਼ ਕਿਹਦੀ? ਇਸ ਮੈਟਲ ਦੇ ਸਰਫੇਸ ਦੀ। ਹੁਣ ਇੱਥੇ ਮੈਂ ਇੱਕ ਗੱਲ ਇਹ ਵੀ ਕਲੀਅਰ ਕਰ ਦਿੰਦਾ ਵਾਂ, ਜਦੋਂ ਅਸੀਂ ਕਹਿੰਦੇ ਨਾ ਕਿ 100 ਵਾਟ ਦਾ ਬਲਬ ਯੂਜ਼ ਕੀਤਾ, 200 ਵਾਟ ਦਾ ਕੀਤਾ ਤੇ 300 ਵਾਟ ਦਾ ਕੀਤਾ, ਆਪਾਂ ਕੀ ਕੀਤਾ ਸੀ? ਇੱਕੋ ਕਲਰ ਦਾ, ਰੈੱਡ ਕਲਰ ਦਾ 100 ਵਾਟ, 200 ਵਾਟ ਤੇ 300 ਵਾਟ। ਇਹਦੇ ਵਿੱਚ ਫਰਕ ਕੀ ਆ? ਫਰਕ ਵਾ ਇੰਟੈਂਸਿਟੀ ਦਾ। ਮਤਲਬ ਅੱਗੇ ਇੰਟੈਂਸਿਟੀ ਵੱਧ ਰਹੀ ਆ, એનર્ਜੀ ਨਹੀਂ ਵੱਧ ਰਹੀ। ਜਦੋਂ ਆਪਾਂ ਕਿਹਾ ਕਿ ਗ੍ਰੀਨ ਕਲਰ ਨੇ ਲਾਈਟ ਬਾਹਰ ਕੱਢਤੀ ਆ, ਗ੍ਰੀਨ ਤੇ ਰੈੱਡ ਦੇ ਵਿੱਚ ਕੀ ਫਰਕ ਸੀ? ਫ੍ਰੀਕੁਐਂਸੀ ਦਾ ਫਰਕ ਸੀ। ਤੇ ਅਸੀਂ ਦੇਖਿਆ ਕਿ ਜਿਹੜੀ ਗ੍ਰੀਨ ਕਲਰ ਦੀ ਫ੍ਰੀਕੁਐਂਸੀ ਆ ਉਹ ਇਸ ਯੋਗ ਵਾ ਕਿ ਇਸ ਮੈਟਲ ਸਰਫੇਸ ਦੇ ਵਿੱਚੋਂ ਇਲੈਕਟ੍ਰੋਨ ਬਾਹਰ ਕੱਢ ਸਕਦੀ ਆ। ਤੇ ਜੇ ਗ੍ਰੀਨ ਕੱਢ ਸਕਦੀ ਆ ਤੇ ਗ੍ਰੀਨ ਤੋਂ ਉੱਪਰ ਵਾਲੀਆਂ ਫ੍ਰੀਕੁਐਂਸੀ ਵੀ ਇਲੈਕਟ੍ਰੋਨ ਬਾਹਰ ਕੱਢ ਸਕਦੀਆਂ ਵਾ। ਤੇ ਆਪਾਂ ਗ੍ਰੀਨ ਨੂੰ ਕੀ ਕਹਿ ਦਾਂਗੇ? ਥ੍ਰੈਸ਼ਹੋਲਡ ਫ੍ਰੀਕੁਐਂਸੀ ਕਹਿ ਦਾਂਗੇ। ਥ੍ਰੈਸ਼ਹੋਲਡ ਫ੍ਰੀਕੁਐਂਸੀ ਦੀ ਡੈਫੀਨੇਸ਼ਨ ਕੀ ਬਣੀ? the minimum frequency required to bring out the electron from metal surface। मतलब ਉਹ ਘੱਟ ਤੋਂ ਘੱਟ ਫ੍ਰੀਕੁਐਂਸੀ, ਉਹ ਘੱਟ ਤੋਂ ਘੱਟ ਫ੍ਰੀਕੁਐਂਸੀ ਦੀ ਸ਼ਰਤ ਜਿਹਦੇ ਨਾਲ ਕੀ ਆ ਇਲੈਕਟ੍ਰੋਨ ਜਿਹੜਾ ਵਾ ਉਹ ਮੈਟਲ ਸਰਫੇਸ ਦੇ ਵਿੱਚੋਂ ਬਾਹਰ ਆ ਸਕਦਾ ਵਾ। ਆਪਾਂ ਉਹਨੂੰ ਕੀ ਬੋਲਦੇ ਆ? ਥ੍ਰੈਸ਼ਹੋਲਡ ਫ੍ਰੀਕੁਐਂਸੀ ਬੋਲਦੇ ਆ। ਜਿਵੇਂ ਅਸੀਂ ਪਹਿਲਾਂ ਕਿਹਾ ਸੀ ਫੋਟੋ ਇਲੈਕਟ੍ਰਿਕ ਐਮਿਸ਼ਨ। ਫੋਟੋ ਇਲੈਕਟ੍ਰਿਕ ਐਮਿਸ਼ਨ ਕੀ ਆ? ਜਦੋਂ ਅਸੀਂ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਫੋਟੋ ਸੈਂਸਿਟਿਵ ਪਲੇਟ ਦੇ ਉੱਪਰ ਪਾਉਂਦੇ ਆ। ਫੋਟੋ ਸੈਂਸਿਟਿਵ ਪਲੇਟ ਦਾ ਮਤਲਬ ਕਿ ਫੋਟੋ ਸੈਂਸਿਟਿਵ ਮੈਟਲ ਸਰਫੇਸ। ਫੋਟੋ ਸੈਂਸਿਟਿਵ ਮੈਟਲ ਸਰਫੇਸ ਉਹ ਮੈਟਲ ਸਰਫੇਸ ਜਿਹੜੇ ਲਾਈਟ ਦੇ ਕਰਕੇ ਆਪਣੀ ਕੀ ਆ ਇਲੈਕਟ੍ਰੋਨ ਨੂੰ ਬਾਹਰ ਕੱਢ ਸਕਦੇ ਆ। ਜਦੋਂ ਫੋਟੋ ਸੈਂਸਿਟਿਵ ਪਲੇਟ ਦੇ ਉੱਪਰ ਸੁਟੇਬਲ ਫ੍ਰੀਕੁਐਂਸੀ ਦੀ ਲਾਈਟ ਪਾਉਂਦੇ ਆ ਤੇ ਉਹਦੇ ਵਿੱਚੋਂ ਇਲੈਕਟ੍ਰੋਨ ਦੀ ਐਮਿਸ਼ਨ ਹੋ ਜਾਂਦੀ ਆ, ਉਹਨੂੰ ਅਸੀਂ ਕੀ ਬੋਲਦੇ ਆ? ਫੋਟੋ ਇਲੈਕਟ੍ਰਿਕ ਐਮਿਸ਼ਨ ਬੋਲਦੇ ਆ। ਹੁਣ ਫੋਟੋ ਇਲੈਕਟ੍ਰਿਕ ਐਮਿਸ਼ਨ ਦੇ ਵਿੱਚ ਇੱਕ ਰਿਕੁਆਇਰਮੈਂਟ ਆ ਥ੍ਰੈਸ਼ਹੋਲਡ ਫ੍ਰੀਕੁਐਂਸੀ ਦੀ, ਕਿ ਘੱਟ ਤੋਂ ਘੱਟ ਇੱਕ ਫ੍ਰੀਕੁਐਂਸੀ ਦੀ ਸਾਨੂੰ ਲੋੜ ਵਾ, ਮਤਲਬ ਉਹ ਸੁਟੇਬਲ ਫ੍ਰੀਕੁਐਂਸੀ ਦੀ ਲੋੜ ਵਾ ਜਿਹਦੇ ਨਾਲ ਇਲੈਕਟ੍ਰੋਨ ਬਾਹਰ ਆ ਜਾਣੇ ਆ। ਉਹ ਜਿਹੜੀ ਘੱਟ ਤੋਂ ਘੱਟ ਸਾਨੂੰ ਚਾਹੀਦੀ ਆ ਨਾ, ਉਹਨੂੰ ਅਸੀਂ ਕੀ ਬੋਲਦੇ ਆ? ਥ੍ਰੈਸ਼ਹੋਲਡ ਫ੍ਰੀਕੁਐਂਸੀ ਬੋਲਦੇ ਆ। ਤੇ ਇਹ ਸਾਡਾ ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ ਕਨਸੈਪਟ ਆ। ਇਸ ਜਿਹੜੇ ਥ੍ਰੈਸ਼ਹੋਲਡ ਫ੍ਰੀਕੁਐਂਸੀ ਆ, ਵਰਕ ਫੰਕਸ਼ਨ ਆ, ਇਹਨੂੰ ਆਪਾਂ ਕੀ ਆ ਬਹੁਤ ਜ਼ਿਆਦਾ ਫੋਟੋ ਇਲੈਕਟ੍ਰਿਕ ਇਫੈਕਟ ਦੇ ਵਿੱਚ ਐਕਸਪੈਰੀਮੈਂਟਲ ਡਿਟੇਲ ਦੇ ਨਾਲ ਪੜ੍ਹਨਾ ਵਾ। ਸੋ ਇਹਦੀ ਜਿਹੜੀ ਬਿਹਤਰ ਸਮਝ ਆ ਸਾਡੇ ਨੈਕਸਟ ਜਿਹੜੇ ਆ ਲੈਕਚਰ ਦੇ ਵਿੱਚ ਲੱਗ ਜਾਵੇਗੀ ਜਦੋਂ ਅਸੀਂ ਐਕਸਪੈਰੀਮੈਂਟਲ ਸੈਟਅਪ ਨੂੰ ਸਮਝਾਂਗੇ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਿਰਫ ਐਮਿਸ਼ਨ ਆਫ ਇਲੈਕਟ੍ਰੋਨ ਹੀ ਸਟੱਡੀ ਕੀਤਾ ਵਾ। ਇਸ ਤੋਂ ਬਾਅਦ ਵਿੱਚ ਅਸੀਂ ਫੋਟੋ ਇਲੈਕਟ੍ਰਿਕ ਇਫੈਕਟ ਦੀ ਐਕਸਪੈਰੀਮੈਂਟਲ ਸੈਟਅਪ ਨੂੰ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ। ਧੰਨਵਾਦ।